अमृतसर पहुंची फिल्म रंज की टीम, जहां उन्होंने मीडिया से बात की। ये जो तस्वीरें आप देख रहे हो, ये अमृतसर प्रेस क्लब न्यू अमृतसर की हैं, जहां फिल्म के प्रमोशन के लिए हीरो हीरोइन पहुंचे। जहां हीरो हीरोइन ने कहा कि ये उनकी पहली फिल्म है, वहीं उन्होंने कहा कि ये एक अच्छी और पारिवारिक फिल्म है। सब लोगों को ये फिल्म जाके थिएटर में देखनी चाहिए। खबर आज तक से कुलदीप कुमार की रिपोर्ट। ओए ਇਹਦਾ ਕੀ ਮਤਲਬ ਹੈ ਮੈਂ ਨਹੀਂ ਜਾਣਾ ਦਿੱਲੀ ਦਿੱਲੀ उधर कुछ समझ नहीं होता नशा कर क्या है आज 10 तारीख हो गई कल दे देगा आंटी जी सर जी मेरी सैलरी नहीं आई तो तुसी पूछ लो ना जी मैं नहीं जाना दिल्ली इस देगा तो चुप हाथ पीछे चल तेरी अरे ਤੁਸੀਂ ਹੋਗੇ ਇੱਥੇ ਕਰੇਗਾ ਕੀ ਤੂੰ ਹੈ ਕਦੋਂ ਤੱਕ ਤੂੰ ਡੰਗਰਾਂ ਨਾਲ ਮੱਥਾ ਮਾਰਦਾ ਰਹੇਗਾ ਹੈ ਉੱਪਰ ਵੱਡਾ ਮਾਰੇ सरदार मेरे तेरे नत्ते बैठा रहता किसी दिन किसी को मार बैठे हो ये गरीबों के लिए ना जो सर है ही ना नहीं करना काम ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਜੀ ਆਦੀਸ਼ ਸਿੱਧੂ ਹੈਗਾ। ਮੈਂ ਚੰਡੀਗੜ੍ਹੋਂ ਹੈਗਾ ਜੀ, ਅਤੇ ਜੰਮਿਆ ਪਲਿਆ ਵੀ ਚੰਡੀਗੜ੍ਹ ਸੀਗਾ। ਅਤੇ ਉਹ ਮੇਰਾ ਪਿੱਛਾ ਜੀ ਹੈਗਾ ਲੰਬੀ ਹਲਕੇ ਤੋਂ। ਤਾਂ ਮੇਰੇ ਨਾਲ ਹੋਇਆ ਕਿ ਮੈਂ 4 ਮਹੀਨੇ ਪਿੰਡ ਰਹਿੰਦਾ ਸੀ ਅਤੇ 8 ਮਹੀਨੇ ਚੰਡੀਗੜ੍ਹ। ਤਾਂ ਜਿਹੜੀ ਦੋ ਦੁਨੀਆ ਹੈਗੀਆਂ ਜੀ, ਪਿੰਡ ਵਾਲੀ ਦੁਨੀਆ ਅਤੇ ਜੀ ਸ਼ਹਿਰ ਵਾਲੀ ਦੁਨੀਆ, ਉਹਦੇ 'ਚ ਨਾ ਜੀ ਬਹੁਤ ਫਰਕ ਹੈਗਾ। ਅਤੇ ਉਹ ਛੋਟੇ ਹੁੰਦੇ ਤੋਂ ਮੈਂ ਵੇਖ ਰਿਹਾ, ਅਤੇ ਓਪਰਚੁਨਿਟੀਜ਼ ਨੂੰ ਲੈ ਕੇ। ਅਤੇ ਇਹ ਫਿਲਮ ਉਹਦੇ ਬਾਰੇ ਵੀ ਗੱਲ ਕਰਦੀ ਹੈ ਕਿ ਓਪਰਚੁਨਿਟੀਜ਼ ਪਿੰਡਾਂ 'ਚ, ਰੂਰਲ ਏਰੀਆ ਪੰਜਾਬ 'ਚ ਓਪਰਚੁਨਿਟੀਜ਼ ਘੱਟ ਹੈਗੀਆਂ, ਇੰਡਸਟਰੀ ਹੈ ਨਹੀਂ ਜੀ, ਸਕਿਲਡ ਲੇਬਰ ਘੱਟ ਹੈਗੀ ਹੈ, ਉਸ ਕਰਕੇ ਲੋਕ ਮਾਈਗ੍ਰੇਟ ਕਰਦੇ ਨੇ। ਅਤੇ ਸਰ ਆਈ ਸੀ 2013 'ਚ ਇੱਕ ਛੋਟੀ ਜੀ ਮਤਲਬ ਸ਼ਾਰਟ ਫਿਲਮ ਬਣਾਉਣ, ਅਤੇ ਉਹਨਾਂ ਨੇ ਕਿਹਾ ਮੈਂ ਪੰਜਾਬ ਵੇਖਣਾ। ਮੈਂ ਕਿਹਾ ਠੀਕ ਹੈ ਜੀ, ਆ ਜਾਓ। ਉਹ ਆਏ, ਉਹਨਾਂ ਨੇ ਮੇਰਾ ਪੁਆਇੰਟ ਆਫ ਵਿਊ ਲਿੱਤਾ। ਫਿਰ ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਨਾਲ ਮਿਲੇ ਗਿਲੇ, ਅਤੇ ਫਿਰ ਜਿਹੜੇ ਉੱਥੋਂ ਦੇ ਲੋਕਲ ਕੋਈ ਕੈਰੈਕਟਰਸ, ਉਹਨਾਂ ਨੂੰ ਲੱਗਿਆ ਕਿ ਕੈਰੈਕਟਰਸ ਹੋ ਸਕਦੇ ਆ, ਉਹੀ ਫਿਲਮ 'ਚ ਹੈਗੇ ਨੇ ਜੀ। ਸੋ ਇਹ ਐਕਚੁਅਲੀ ਤੁਸੀਂ ਕਹਿ ਸਕਦੇ ਹੋ ਲੂਜ਼ਲੀ ਬੇਸਡ ਔਨ ਰੀਅਲ ਪੀਪਲ ਹੂ ਆਰ ਇਨ ਦ ਫਿਲਮ। ਸੋ ਉਹਨਾਂ ਨੂੰ ਲੱਗਿਆ ਕਿ ਜੇ ਮੈਨੂੰ ਪਤਾ ਨਹੀਂ ਕੀ ਲੱਗਿਆ, ਬਟ ਮੈਂ ਤਾਂ ਚਲਾ ਗਿਆ ਜੀ ਬੰਬੇ, ਅਤੇ ਉਹਨਾਂ ਨੇ 2016 ਵਿੱਚ ਇੱਕ ਫਿਲਮ ਤਿਆਰ ਕਰ ਲਈ, ਅਤੇ ਉਹਨਾਂ ਨੇ ਕਿਹਾ ਤੂੰ ਕਰਨੀ ਹੈ ਫਿਲਮ। ਅਤੇ ਮੈਂ ਕਿਹਾ ਇਹ ਤਾਂ ਉਹੀ ਗੱਲ ਹੈ, ਇਹ ਤਾਂ ਉਹੀ ਫਿਲਮ ਹੈਗੀ ਹੈ ਜਿਹੜੀ ਮਤਲਬ ਲੂਜ਼ਲੀ ਬੇਸ ਸੀਗੀ ਪੰਜਾਬ ਉੱਤੇ। ਅਤੇ ਜਦੋਂ ਮੈਂ ਸਕ੍ਰਿਪਟ ਪੜ੍ਹੀ, ਮੈਂ ਕਿਹਾ ਆਈ ਵੁੱਡ ਲਵ ਟੂ ਡੂ ਦਿਸ ਫਿਲਮ ਜੀ, ਕਿਉਂਕਿ ਇਹ ਤਾਂ ਐਕਚੁਅਲੀ ਪੰਜਾਬ ਉੱਤੇ ਹੈਗੀ ਹੈ ਫਿਲਮ। ਅਤੇ ਮਤਲਬ ਇਹ ਤਾਂ ਪੰਜਾਬ ਦੀ ਪ੍ਰੋਬਲਮਸ ਨੂੰ ਐਡਰੈਸ ਕਰਦੀ ਹੈ, ਅਤੇ ਪੰਜਾਬ 'ਚ ਮਤਲਬ ਮਾਈਗ੍ਰੇਟ ਕਰਦੇ ਨੇ ਲੋਕ, ਬਾਹਰ ਜਾਂਦੇ ਨੇ। ਪਰ ਪ੍ਰੋਬਲਮ ਉਹ ਨਹੀਂ ਹੈ, ਬਾਹਰ ਜਾਣਾ ਪ੍ਰੋਬਲਮ ਨਹੀਂ ਹੈ ਜੀ, ਪ੍ਰੋਬਲਮ ਹੈਗਾ ਚੋਇਸਿਸ ਦਾ। ਪ੍ਰੋਬਲਮ ਹੈਗੀ ਹੈ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਅਤੇ ਤੁਹਾਡੀ ਚੋਇਸ ਹੈ, ਤੁਸੀਂ ਪਲੀਜ਼ ਜਾਓ। ਪਰ ਜੇ ਤੁਹਾਡੇ ਕੋਲ ਚੋਇਸ ਨਹੀਂ ਹੈ ਅਤੇ ਤੁਹਾਨੂੰ ਬਾਹਰ ਜਾਣਾ ਪੈ ਰਿਹਾ, ਉਹ ਫਿਰ ਗਲਤ ਹੋ ਜਾਂਦਾ ਨਾ ਜੀ। ਅਤੇ ਇਹ ਗੱਲ ਹੈਗੀ ਹੈ ਕਿ ਓਪਰਚੁਨਿਟੀਜ਼ ਪੰਜਾਬ ਵਿੱਚ ਹੋਰ ਹੋਣੀਆਂ ਚਾਹੀਦੀਆਂ। ਤਾਂ ਉਹ ਜੀ ਮੈਂ ਮਤਲਬ ਚੰਡੀਗੜ੍ਹ ਦਾ ਪੜ੍ਹਿਆ ਲਿਖਿਆ, ਅਤੇ ਮੈਂ ਥੀਏਟਰ ਕੀਤਾ ਸਰ ਦੀ ਗਰੁੱਪ 'ਚ ਦਿੱਲੀ 'ਚ 5 ਸਾਲ। ਉਹਦੇ ਬਾਅਦ ਮੈਂ ਲੰਡਨ ਗਿਆ ਜੀ, ਇੱਕ ਡਰਾਮਾ ਸਕੂਲ ਗਿਆ, ਉੱਥੇ 2 ਸਾਲ ਸੀਗਾ। ਉਹਦੇ ਬਾਅਦ ਮੈਂ ਜੀ ਗਿਆ ਬੰਬੇ ਮੈਂ ਇੱਕ ਵੈੱਬ ਸੀਰੀਜ਼ ਕੀਤੀ ਹੈ, ਆਇਸ਼ਾ ਮਾਈ ਵਰਚੁਅਲ ਗਰਲਫ੍ਰੈਂਡ। ਉਹ ਹੈਗੀ ਹੈ ਜੀ MX ਪਲੇਅਰ 'ਤੇ। ਅਤੇ ਉਹ ਵੈੱਬ ਸੀਰੀਜ਼ ਜਦੋਂ ਸਰ ਨੇ ਦੇਖੀ, ਉਦੋਂ ਹੀ ਉਹਨਾਂ ਨੇ ਡਿਸੀਸ਼ਨ ਲਿੱਤਾ ਕਿ ਇਹਨੂੰ ਕਾਸਟ ਕਰਨਾ ਹੈ ਇਸ ਫਿਲਮ ਵਾਸਤੇ। ਅਤੇ ਉਹਦੇ ਬਾਅਦ ਜੀ ਅਸੀਂ ਫਿਲਮ ਬਣਾਈ, ਅਤੇ ਇਹ ਜੀ ਫਿਲਮ ਹੋਣੀ ਸੀ 2020 ਵਿੱਚ ਰਿਲੀਜ਼, ਪਰ ਫਿਰ ਕਰੋਨਾ ਆ ਗਿਆ, ਅਤੇ ਹੁਣ ਅਸੀਂ ਫਾਈਨਲੀ ਇਸ ਫਿਲਮ ਨੂੰ ਰਿਲੀਜ਼ ਕਰ ਰਹੇ ਹਾਂ, ਅਤੇ ਵੀ ਆਰ ਹੋਪਿੰਗ ਫॉर द ਬੈਸਟ। ਅਤੇ 10 ਜੂਨ ਨੂੰ ਜੀ ਹੈਗੀ ਹੈ ਰਿਲੀਜ਼, ਅਤੇ ਪਲੀਜ਼ ਜਾ ਕੇ ਦੇਖੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਏਕਤਾ ਸੋਢੀ, ਔਰ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਰੰਜ ਫਿਲਮ ਨੂੰ ਪ੍ਰਮੋਟ ਕਰਨ ਲਈ। ਮੇਰਾ ਰੰਜ ਵਿੱਚ ਮੇਨ ਲੀਡ ਹੀਰੋਇਨ ਦਾ ਕੈਰੈਕਟਰ ਹੈ। ਆਲਦੋ ਫਿਲਮ ਦੇ ਵਿੱਚ ਸਾਰੇ ਕੈਰੈਕਟਰਸ ਦੀ ਲੀਡ ਹੈ, ਬਿਕਾਜ਼ ਇਹ ਕੈਰੈਕਟਰ ਡਰਿਵਨ ਫਿਲਮ ਹੈ। ਇਹਦੇ ਵਿੱਚ ਹਰ ਕੈਰੈਕਟਰ ਦਾ ਆਪਦਾ ਪਰਸਪੈਕਟਿਵ ਹੈ। ਇਨਫੈਕਟ ਫਿਲਮ ਕੈਰੈਕਟਰ ਨੂੰ ਫੋਲੋ ਕਰਕੇ ਮੂਵ ਫਾਰਵਰਡ ਕਰਦੀ ਹੈ। ਬੇਸਿਕ ਥੀਮ ਫਿਲਮ ਦੀ ਜੋ ਹੈ ਉਹ ਹੈ ਕਿ ਮਾਈਗ੍ਰੇਸ਼ਨ ਹੀ ਹੈ, ਬਟ ਇਸ ਫਿਲਮ 'ਚ ਮਾਈਗ੍ਰੇਸ਼ਨ ਉਹ ਨਹੀਂ ਹੈ ਕਿ ਤੁਸੀਂ ਇੱਥੋਂ ਸਿੱਧਾ ਕੈਨੇਡਾ ਪਹੁੰਚ ਜਾਂਦੇ ਹੋ ਜਾਂ ਕਿਸੇ ਫੋਰਨ ਕੰਟਰੀ 'ਚ ਪਹੁੰਚ ਜਾਂਦੇ ਹੋ। ਇੱਥੇ ਮਾਈਗ੍ਰੇਸ਼ਨ ਦਾ ਮਤਲਬ ਹੈ ਕਿ ਤੁਸੀਂ ਆਪਣੇ ਏਰੀਆ 'ਚੋਂ ਨਿਕਲ ਕੇ ਜੋ ਪਹਿਲਾ ਅਪਰੋਚੇਬਲ ਵੱਡਾ ਸ਼ਹਿਰ ਹੈ, ਉੱਥੇ ਤੁਹਾਨੂੰ ਜਾਣਾ ਪੈਂਦਾ। ਇਟਸ ਨਾਟ ਯੋਰ ਚੋਇਸ,
ਕਿਉਂਕਿ ਤੁਹਾਡੇ ਕੋਲੇ ਨਾ ਤਾਂ ਜ਼ਮੀਨਾਂ ਬਹੁਤ ਖੁੱਲੀਆਂ ਹੈ ਕਿ ਤੁਸੀਂ ਉੱਥੇ ਸਰਵਾਈਵ ਕਰ ਸਕੋ, ਤੇ ਨਾ ਤੁਹਾਡੇ ਕੋਲ ਓਪਰਚੁਨਿਟੀਜ਼ ਹੈ, ਨਾ ਤੁਹਾਡੀ ਪੜ੍ਹਾਈ ਤੁਹਾਨੂੰ ਉਹਨਾਂ ਸਕਿੱਲਫੁਲ ਬਣਾਉਂਦੀ ਹੈ ਕਿ ਤੁਸੀਂ ਆਪਣਾ ਕੁਝ ਉੱਦਾਂ ਦਾ ਕਰ ਸਕੋ ਕਿ ਤੁਹਾਡਾ ਸਰਵਾਈਵਲ ਹੋ ਸਕੇ। ਤਾਂ ਪੇਰੈਂਟਸ ਨੂੰ ਸ਼ਾਇਦ ਇੱਕ ਸਾਈਕੋਲੋਜੀ ਹੈ, ਉਹਨਾਂ ਨੂੰ ਇਹ ਲੱਗਦਾ ਕਿ ਓਪਰਚੁਨਿਟੀ ਨਹੀਂ ਤਾਂ ਇਹਨੂੰ ਕਿਸੇ ਵੱਡੇ ਸ਼ਹਿਰ 'ਚ ਕਿਤੇ ਰਿਸ਼ਤੇਦਾਰ ਹੈ ਤਾਂ ਉਹ ਇਹਨੂੰ ਨੌਕਰੀ ਲਵਾ ਦੂਗਾ, ਉੱਥੇ ਜਾ ਕੇ ਸੈਟਲ ਹੋ ਜਾਊਗਾ। ਬਟ ਦ ਫਿਲਮ ਬੇਸਿਕਲੀ ਡੀਲ ਕਰਦੀ ਹੈ ਕਿ ਉੱਥੇ ਜਾ ਕੇ ਜੋ ਸਿਚੁਏਸ਼ਨਸ ਬਣਦੀਆਂ, ਜੋ ਹਰ ਚੀਜ਼ ਪਿੱਛੇ ਕਮਿਊਨੀਕੇਟ ਵੀ ਨਹੀਂ ਕੀਤੀ ਜਾਂਦੀ, ਐਂਡ ਕਈ ਵਾਰੀ ਉਹ ਬਹੁਤ ਵਰਸਟ ਸਰਕਮਸਟਾਂਸਿਸ 'ਚ ਐਂਡ ਅਪ ਹੁੰਦੀ ਹੈ, ਜੋ ਕਿ ਫਿਲਮ ਦਾ ਟਾਈਟਲ ਵੀ ਹੈ ਰੰਜ। ਉਹ ਰੰਜ ਜੋ ਹੈ, ਜੋ ਬੰਦਾ ਬਾਹਰ ਬੈਠਾ ਆਪਦੀ ਫੈਮਿਲੀ ਤੋਂ ਦੂਰ ਹੈ, ਆਪਦੇ ਲੋਕਾਂ ਤੋਂ ਦੂਰ ਹੈ, ਜਿਨ੍ਹਾਂ 'ਚ ਬੈਠਾ ਉਹਨਾਂ ਦੀ ਭਾਸ਼ਾ ਨਾਲ ਕੰਫਰਟੇਬਲ ਨਹੀਂ, ਉਹਨਾਂ ਦੇ ਲਾਈਫ ਸਟਾਈਲ ਨਾਲ ਕੰਫਰਟੇਬਲ ਨਹੀਂ, ਉਹ ਅੰਦਰ ਹੀ ਅੰਦਰ ਦੁੱਖਦਾ ਬਲਦਾ ਰਹਿੰਦਾ ਹੈ। ਐਂਡ ਜਿਹੜੇ ਪਿੱਛੇ ਵੀ ਰਹਿ ਜਾਂਦੇ ਹੈ, ਬੀਇੰਗ ਟਾਕਿੰਗ ਅਬਾਊਟ ਦ ਲਵ ਸਟੋਰੀ ਇਨ ਦ ਫਿਲਮ, ਤਾਂ ਉਹ ਜਿਹੜੇ ਪਿੱਛੇ ਵੀ ਰਹਿ ਜਾਂਦੇ ਹੈ ਐਕਚੁਅਲੀ ਉਹ ਵੀ ਉਸੇ ਰੰਜ 'ਚੋਂ ਗੁਜ਼ਰਦੇ ਹੈ, ਕਿਉਂਕਿ ਉਹ ਬੇਸਿਕਲੀ ਪਿੱਛੇ ਜਿੱਥੇ ਰੂਟਸ ਹੈ ਉੱਥੇ ਉਹ ਬਹੁਤ ਕੁਝ ਜ਼ਿਆਦਾ ਰੈਵੋਲੂਸ਼ਨਰੀ ਕਰ ਨਹੀਂ ਸਕਦੇ ਕਿ ਉਹ ਆਊਟ ਆਫ ਦ ਵੇ ਹੋ ਕੇ ਕੁਝ ਕਰਨ। ਸੋ ਦ ਓਨਲੀ ਵੇ ਉਹਨਾਂ ਕੋਲ ਰਹਿ ਜਾਂਦਾ ਉਹ ਕੀ ਹੈ, ਵੇਟ ਕਰਨਾ ਜਾਂ ਤੁੱਕਦੇ ਰਹਿਣਾ ਜਾਂ ਕੁਝ ਇਹੋ ਜਿਹਾ ਆਊਟਕਮ ਲਿਆਉਣਾ ਜਿਹੜਾ ਨੋਰਮਲ ਨਹੀਂ ਹੈ, ਨੈਚੁਰਲ ਨਹੀਂ ਹੈ। ਸੋ ਇਹ ਫਿਲਮ ਦਾ ਥੀਮ ਹੈ, ਐਂਡ ਬਹੁਤ ਨੋਰਮਲ ਰੂਟੀਨ ਫਿਲਮ ਤਾਂ ਨਹੀਂ ਹੈ, ਬਟ ਇੱਕ ਚਾਂਸ ਦਿੱਤਾ ਜਾਏ ਤਾਂ ਲੱਗਦਾ ਹੈ ਕਿ ਹਰ ਬੰਦਾ ਇਸ ਫਿਲਮ ਨਾਲ ਰਿਲੇਟ ਕਰ ਪਾਏਗਾ, ਆਪਦੇ ਆਪ ਨੂੰ ਜਾਂ ਆਪਦੇ ਕਿਸੇ ਨੂੰ। ਮੇਬੀ ਇਹ ਫਿਲਮ ਇਹ ਮੈਸੇਜ ਵੀ ਦੇ ਸਕੇ ਕਿ ਸਾਡੇ ਜਿਹੜੇ ਬਾਹਰ ਬੈਠੇ ਹੈ ਉਹ ਸ਼ਾਇਦ ਫ਼ੋਨ 'ਤੇ ਦੱਸਣਾ ਜ਼ਰੂਰੀ ਨਹੀਂ ਸਮਝਦੇ ਹੋਣਗੇ ਕਿ ਆਹ ਹੋ ਰਿਹਾ ਮੇਰੇ ਨਾਲ। ਯਾਨੀ ਮੇਜਰ ਚੀਜ਼ ਹੈ ਕਿ ਜੇ ਆਪਣਾ ਕਨੈਕਸ਼ਨ ਪਿੱਛੇ ਨਾ ਟੁੱਟੇ, ਕਨੈਕਸ਼ਨ ਬਣਿਆ ਰਹੇ, ਤਾਂ ਬਹੁਤ ਸਾਰੇ ਜੋ ਹਾਲਾਤ ਉਹਨਾਂ 'ਤੇ ਬਣਦੇ ਆ ਉਹ ਕੱਟੇ ਜਾ ਸਕਦੇ ਆ, ਰੋਕੇ ਜਾ ਸਕਦੇ ਆ। ਜ਼ਰੂਰ ਜਾਓ, ਫਿਲਮ ਦੇਖੋ, ਇੱਕ ਚਾਂਸ ਦਿਓ। ਕੁਝ 1.5 ਘੰਟੇ ਦੀ ਫਿल्म है एंड सब इंजॉय करें। सत श्री अकाल। हाँ जी, मेरा नाम सुनीत सिन्हा है। मैं रंज फिल्म जिसके लिए हम यहाँ पे आए हैं, मैं उसका डायरेक्टर हूँ और राइटर भी हूँ। और 10 जून को हमारी फिल्म पंजाब में, दिल्ली के कुछ हिस्सों में, हरियाणा, हिमाचल के कुछ हिस्सों में रिलीज़ होने वाली है। और मैं उम्मीद करता हूँ कि जो ऑडियंस है उनको ये फ़िल्म पसंद आएगी, उनको ये फ़िल्म दिलचस्प लगेगी, फ़िल्म में जो परफॉर्मेंसेस हैं वो उनको पसंद आएगी और फिल्म से वो रिलेट कर पाएंगे, ये मेरी उम्मीद है। ओके, सो बेसिकली रंज जो है एक ऐसे नवयुवक की कहानी है जो पंजाब के एक छोटे से गांव से दिल्ली महानगर में माइग्रेट करता है, और उसको करना पड़ता है क्योंकि जो स्थिति है पंजाब के छोटे गांवों में, स्पेशली जो स्मॉल और मार्जिनल फार्मर्स जो हैं, जो उनकी जो परिस्थिति है, तो उनका जो अगला जनरेशन जो यूथ है उनके पास एम्प्लॉयमेंट जो है, रोज़गार की जो है ऑल्टरनेटिव्स नहीं है गांव में। तो उसके लिए अधिकांश ये देखा जाता है कि उनको बड़े शहर में माइग्रेट करना पड़ता है। उस वजह से वो अपनी मिट्टी से अलग हो जाते हैं, अपनी संस्कृति से, अपने कल्चर, अपनी मिट्टी, अपनी ज़मीन से वो अलग हो जाते हैं, अपने परिवार से बिछड़ जाते हैं और पूर्ण रूप से वो एक बड़े शहर में अपने आप को स्थापित करने की कोशिश करते हैं, एक नया जीवन शुरू करने की कोशिश करते हैं और वहाँ पे उनको स्ट्रगल करना पड़ता है। तो रंज जो है कहीं न कहीं आप देखें तो उस बारे में, उसी विषय पे है। अब दो सच का हम सामना करते हैं जब हम ये फिल्म रंज देखते हैं। एक तो सच ये है बड़ा कि आम तौर पे इसको माना जाता है कि जब आप किसी बड़े शहर में जाते हैं तो उसको एज अ साइन ऑफ प्रोग्रेस देखा जाता है कि मेरा बेटा भाई बड़े शहर में वहाँ काम कर रहा है या क्या कर रहा है। माँ बाप को पता नहीं रहता है कि बेटा कितना स्ट्रगल कर रहा है वहाँ पे अलग रह के। तो दूसरा सच जो है, क्योंकि वो अपरूटेड फील करता है, अपनी ज़मीन से, अपनी संस्कृति से अलग हो जाता है, तो अपरूटेड फील करता है कल्चरली, और वो पूरे समय जीवन भर कहीं ना कहीं उससे जूझता रहता है। ये दूसरा बड़ा सच है। तो रंज इन दो सच के बारे में, राइट वगैरह ऐसा कुछ फिल्म में नहीं है। फिल्म बेसिकली जो है, जो इनका चरित्र है फिल्म में अमनप्रीत का, तो अमनप्रीत जो है वो शहर से जुड़ नहीं पाता है। होता ना कि आप किसी नए जगह पे जाएं तो
शहर से आप जुड़ पाते हैं, वो जुड़ नहीं पाता है। उसका दिल और दिमाग दोनों अपने गांव में ही है, और क्योंकि मजबूरन उसको वहाँ पे रह के काम करना पड़ रहा है, अपना रोज़गार मतलब कि ढूंढना पड़ रहा है और काम करना पड़ रहा है, तो जो स्ट्रगल पूरा है उसका अपने वर्क प्लेस में जहाँ वो काम कर रहा है, वर्क प्लेस के बाहर अपने शहर में जो जीवन है वहाँ पे, तो उसका पूरा स्ट्रगल जो है ना वो फिल्म कहीं ना कहीं बयान करती है। जी, जहाँ तक मैसेज का सवाल है तो फिल्म कहीं ना कहीं ये कह रही है कि आप अपनी ज़मीन से जुड़े रहें, अपने परिवार से जुड़े रहें, संपर्क बनाए रखें। हालात कुछ भी हो जिस वजह से आपको माइग्रेट करना पड़ सकता है, हाँ, लेकिन हमेशा अपने परिवार से, अपनी ज़मीन से आप जुड़े रहें। वो कहीं ना कहीं ये मैसेज फिल्म दे रही है। और क्योंकि ये जो इशू जो कहीं ना कहीं फिल्म अंडरलाइन कर रही है, ये सिर्फ किसी एक गांव तक सीमित नहीं है, किसी एक राज्य तक सीमित नहीं है, ये किसी एक देश तक सीमित नहीं है। आप देखें तो ये एक नॉर्म है जो दुनिया भर में ऐसा है कि लोगों को छोटे गांव से या छोटे शहर से बड़े शहर में, महानगर में उनको माइग्रेट करना पड़ता है रोज़गार।